वाहिगुरु साहिब जीओ धन गुरु गरीब निवाज प्रणवो आदि कंकर जल थल मेल कियो पसारा आद पुरख अब गत अबनाशी लोक चतुर्दश जोत प्रकाशी हस्त कीट के बीच समाना राव रंक जय एक सर जाना हम नानकियस्त हम अंगदियस्त हम अमरदास अफजलोम जदियस्त हम रामदासो हम अर्जनियस्त हम हर गोविंदो क्रमो ऐसनियस्त हम अस्त हर राय करता गुरु बदोषकार हम पुस्तुर हम हर किशन आमदे सरबुलंद अजय हासिल उम्मीद हर मुस्तमन हम अस्त तेग बहादुर गुरु के गोविंद सिंह आमदे अजनूरे हो हम गुरु गोविंद सिंह हम नानक यास हम रतन जोहर हम मानक आस्त अमृत बाणी हर हर तेरी सुन सुन होवे परम गत बेरी जलन बुझी शीतल हुए मनुआ सतगुर का दर्शन पाए जियो वाहिगुरु साहिब जियो धन गुरु गरीब निवाज सो दर के हा सो घर के हा जित में सर्व संभले वाजे नाद अनेका संखां के थे वावनवारे के ते राग परी स्यों खियन के थे गावनवारे गावे तुनो पौन पानी बेसंतर गावे राजा धर्म दुआरे गावे चित गुप्त लिख जाने लिख लिख धर्म विचारे गावे ईश्वर ब्रह्मा देवी सोन सदा सवारे गावे इंद इंदासन बैठे देवते अंदर नल गावे सिद्ध समाधि अंदर गावन साध विचारे गावन जति सती संतोखी गावे वीर करारे गावन पंडित पढ़न रखी सर जुग जुग वेदा नले गावे मोनिया मनमोहन सुरगा मछ पयाले गावन रत्न उपाए तेरे 68 तीर्थ नाले गावे जोत महाबल सूरा गावे खानी चारे गावे खंड मंडल वर फंडा कर कर रखे तारे से तुदनु गावे जो तुद पावन रते तेरे भगत सर्वे होर के ते गावन से मैं चित न आवन नानक क्या विचारे सोई सोई सदा सच साहिब साचा साची नाई है पी होसी जाए न जासी रचना जिन रचाई रंगी रंगी पांति कर कर जिनसी माया जिन उपाई कर कर वेखे कीता अपना जीव तिस दी वड्याई जो तिस पावे सोई करसी हुक्म न कर न जाई सो पातशाह शाह पात साहिब नानक रे नर जाय सो पातशाह शाह पात साहिब नानक रे नर जाय। वाहिगुरु जी का खालसा वाहिगुरु जी की फतेह।
ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਬਖਸ਼ਿਸ਼ ਕਰ ਰਹੇ ਨੇ ਜਪ ਬਾਣੀ ਜਿਹਦੀ ਵਿਚਾਰ ਚੱਲ ਰਹੀ ਹੈ। 27 ਨੰਬਰ ਪੌੜੀ ਦੀ ਵਿਚਾਰ ਜੋ ਕੱਲ ਤੋਂ ਪ੍ਰਾਰੰਭ ਹੋਈ, ਅੱਧੀ ਪੌੜੀ ਦੀ ਵਿਚਾਰ ਕੱਲ ਸਾਂਝੀ ਕੀਤੀ ਸੀ। ਜਿਹੜੀ ਪੌੜੀ ਅੱਧੀ ਰਹਿ ਗਈ ਹੈ ਉਹਦੀ ਵਿਚਾਰ ਸਾਂਝੀ ਕਰਦੇ ਹਾਂ। ਕੱਲ ਦੀ ਵਿਚਾਰ ਜੋ ਦੱਸੀ ਗਈ ਸੀ ਇਹਦੇ 'ਚ ਦੋ ਗੱਲਾਂ ਸਾਹਮਣੇ ਆਈਆਂ ਨੇ। ਪਹਿਲੀ ਗੱਲ ਇਹ ਸਾਹਮਣੇ ਆਈ ਹੈ ਕਿ ਇੱਕ ਸਵਾਲ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ, ਇਹ ਪ੍ਰਮਾਤਮਾ ਤੇਰਾ ਘਰ ਕੈਸਾ ਹੈ, ਤੇਰਾ ਦਰ ਕੈਸਾ ਹੈ, ਦਰਵਾਜ਼ਾ ਕੈਸਾ ਹੈ। ਇੱਕ ਸਵਾਲ ਖੜਾ ਕੀਤਾ ਹੈ ਤੇ ਦਰਵਾਜ਼ੇ ਰਾਹੀਂ ਘਰ ਦੇ ਵਿੱਚ ਜਾਣਾ ਹੈ, ਉਹਦੀ ਕੀ ਪਹਿਚਾਣ ਹੈ? ਤੋਂ ਪਹਿਲੇ ਮਹਾਰਾਜ ਨੇ ਦਰਵਾਜ਼ੇ ਬਾਰੇ ਦੱਸਿਆ ਕਿ ਜਦੋਂ ਅਸੀਂ ਉਹਦੇ ਦਰਵਾਜ਼ੇ ਤੇ ਪਹੁੰਚਦੇ ਹਾਂ ਤਾਂ ਉਹਦੀ ਕੀ ਨਿਸ਼ਾਨੀ ਹੈ। ਉਹਦੇ 'ਚ ਦੱਸਿਆ ਹੈ ਕਿ ਜਦੋਂ ਅਸੀਂ ਉਹਦੇ ਦਰਵਾਜ਼ੇ ਤੱਕ ਪਹੁੰਚ ਜਾਂਦੇ ਹਾਂ ਉਦੋਂ ਸਾਨੂੰ ਹਵਾ ਵੀ ਪਾਣੀ ਵੀ ਗਾਉਂਦੇ ਹੋਏ ਦਿਖਾਈ ਦੇਣਗੇ। ਉਦੋਂ ਧਰਮਰਾਜ ਵੀ ਚਿੱਤਰਗੁਪਤ ਵੀ ਇਹ ਸਾਰੀਆਂ ਗੁਪਤ ਸ਼ਕਤੀਆਂ ਪ੍ਰਗਟ ਸ਼ਕਤੀਆਂ ਇਸ ਪ੍ਰਿਥਵੀ ਦੀਆਂ ਆਕਾਸ਼ ਵਿੱਚ ਹੋਰ ਜਿਹੜੀਆਂ ਨੇ ਉਹ ਸਾਰੀਆਂ ਸਾਨੂੰ ਰੱਬ ਦਾ ਗੁਣਗਾਨ ਕਰਦੀਆਂ ਹੋਈਆਂ, ਉਹਦੇ ਹੁਕਮ ਦੀ ਗੱਲ ਨੂੰ ਅੱਗੇ ਚਲਾਉਂਦੀਆਂ ਹੋਈਆਂ ਦਿਖਾਈ ਦੇਣਗੀਆਂ, ਉਹਦੇ ਹੁਕਮ ਦਾ ਡੰਕਾ ਵਜਾਉਂਦੀਆਂ ਹੋਈਆਂ। ਇਹ ਸਾਰੀਆਂ ਸ਼ਕਤੀਆਂ ਦਾ ਅਨੁਭਵ ਹੁੰਦਾ ਹੈ। ਪਤਾ ਚੱਲਦਾ ਹੈ ਕਿ ਸਭ ਤੇਰਾ ਗੀਤ ਗਾ ਰਹੀ ਹੈ। ਉਸ ਵੇਲੇ ਹੁੰਦਾ ਹੈ ਕਿ ਇਹ ਜੋ ਸ੍ਰਿਸ਼ਟੀ ਹੈ ਇਹ ਵਾਹਿਗੁਰੂ ਤੇਰਾ ਬਣਾਇਆ ਹੋਇਆ ਇਹ ਸੱਚਖੰਡ ਹੈ। ਇਸ ਸੱਚਖੰਡ ਵਿੱਚ ਤੂੰ ਬਿਰਾਜਮਾਨ ਹੈ ਔਰ ਇਹ ਸਾਰੀਆਂ ਸ਼ਕਤੀਆਂ ਤੈਨੂੰ ਗਾ ਰਹੀਆਂ ਨੇ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਜਗਨਨਾਥਪੁਰੀ ਜਾ ਕੇ ਇੱਕ ਪੰਡਤ ਨੂੰ ਗਿਆਨ ਕਰਾਇਆ ਸੀ। ਜਦੋਂ ਪੰਡਤ ਜੀ ਆਰਤੀ ਕਰ ਰਹੇ ਸਨ ਤੇ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਨਾਲ ਆਰਤੀ ਕਰੋ। ਗੁਰੂ ਸਾਹਿਬ ਕਹਿੰਦੇ ਵੀ ਕਿਹਦੀ ਆਰਤੀ ਕਰੀਏ? ਕਹਿੰਦੇ ਜਗਨਨਾਥ ਦੀ, ਜੋ ਜਗਤ ਦਾ ਨਾਥ ਹੈ ਉਹਦੀ ਆਰਤੀ ਕਰਾਂਗੇ। ਮਹਾਰਾਜ ਕਹਿੰਦੇ ਜ਼ਰੂਰ ਕਰਾਂਗੇ, ਜਗਨਨਾਥ ਦੀ ਆਰਤੀ ਜ਼ਰੂਰ ਕਰਾਂਗੇ। ਪੰਡਤ ਗੁਰੂ ਨਾਨਕ ਪਾਤਸ਼ਾਹ ਨੂੰ ਅੰਦਰ ਲੈ ਗਿਆ ਤੇ ਉਹ ਜਗਨਨਾਥ ਇੱਕ ਮੂਰਤੀ ਨੂੰ ਕਹਿ ਰਿਹਾ ਹੈ ਜੋ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਹੈ। ਉਸ ਮੂਰਤੀ ਨੂੰ ਜਗਨਨਾਥ ਕਹਿ ਰਿਹਾ ਹੈ ਤੇ ਉਹਦੇ ਆਲੇ ਦੁਆਲੇ ਆਰਤੀ ਕਰ ਰਿਹਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਨੂੰ ਕਿਹਾ ਕਿ ਜਗਨਨਾਥ ਤੇ ਬਹੁਤ ਵੱਡਾ ਹੈ। ਸ੍ਰੀ ਕ੍ਰਿਸ਼ਨ ਜੀ ਉਸ ਜਗਨਨਾਥ ਦੇ ਬਣਾਏ ਹੋਏ ਅਵਤਾਰ ਨੇ, ਭੇਜੇ ਹੋਏ ਮੈਸੇਂਜਰ ਨੇ, ਤੇ ਤੁਸੀਂ ਉਸ ਮਾਲਕ ਦੀ ਆਰਤੀ ਕਰੋ ਜਿਸ ਦੀ ਸ੍ਰੀ ਕ੍ਰਿਸ਼ਨ ਜੀ ਨੇ ਵੀ ਕੀਤੀ ਹੈ। ਉਸ ਮਾਲਕ ਦਾ ਗੁਣਗਾਨ ਕਰੋ ਜਿਸ ਦਾ ਸ੍ਰੀ ਕ੍ਰਿਸ਼ਨ ਜੀ ਨੇ ਵੀ ਕੀਤਾ ਹੈ। ਔਰ ਸ੍ਰੀ ਕ੍ਰਿਸ਼ਨ ਜੀ ਵੀ ਪ੍ਰੇਰਨਾ ਦੇ ਰਹੇ ਨੇ ਕਿ ਉਸ ਮਾਲਕ ਦਾ ਗੁਣਗਾਨ ਕਰੋ। ਪੰਡਤ ਜੀ ਹੈਰਾਨ ਹੋਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਆਓ ਤੁਹਾਨੂੰ ਦੱਸੀਏ, ਆਰਤੀ ਬਾਹਰ ਹੋ ਰਹੀ ਹੈ। ਤੇ ਫਿਰ ਬਾਹਰ ਆਰਤੀ ਹੁੰਦੀ ਹੋਈ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਨੂੰ ਦਿਖਾ ਦਿੱਤੀ। ਤੇ ਉਹ ਅਸੀਂ ਰੋਜ਼ ਹੀ ਸ਼ਬਦ ਦੇ ਰੂਪ ਚ ਪੜ੍ਹਦੇ ਹਾਂ। ਇਹ ਗਗਨ ਮੈਂ ਥਾਲ, ਆਕਾਸ਼ ਜਿਹੜਾ ਗਗਨ ਇੱਕ ਬਹੁਤ ਵੱਡਾ ਥਾਲ ਹੈ, ਰੱਬ ਦਾ ਥਾਲ ਹੈ। ਇਹਦੇ ਚ ਦੋ ਦੀਵੇ ਨੇ, ਸੂਰਜ ਤੇ ਚੰਦਰਮਾ। ਇਹਦੇ ਚ ਤਾਰੇ ਮੋਤੀ ਸਮਾਨ ਨੇ। ਇਹਦੇ ਜਿੰਨੀ ਵੀ ਬਨਸਪਤੀ ਚੰਦਨ ਹੈ, ਚੰਦਨ ਬਨਸਪਤੀ ਇਹ ਸੁਗੰਧੀ ਦੇ ਰਿਹਾ, ਇਹ ਸਭ ਧੂਪ ਜਗ ਰਿਹਾ ਰੱਬ ਦਾ। ਅਨੇਕਾਂ ਅਨੇਕਾਂ ਫੁੱਲ ਇਹ ਅੱਗੇ ਹੀ ਅਰਪਣ ਹੋਏ ਪਏ ਨੇ। ਇਸ ਪ੍ਰਿਥਵੀ ਦੇ ਵਿੱਚ ਸਾਰੇ ਵਾਹਿਗੁਰੂ ਅੱਗੇ ਹੀ ਭੇਟ ਹੋਏ ਪਏ ਨੇ। ਪਵਨ, ਹਵਾ ਦੇ ਝੋਕੇ ਇੱਧਰ ਆਣੇ ਉੱਧਰ ਜਾਣੇ, ਇਹ ਚਵਰ ਕਰ ਰਹੇ ਨੇ। ਗगन में ताल राव चंद दीपक बड़े, तार का मंडल जनक मोती,
ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸੱਚੀ ਆਰਤੀ ਰੱਬ ਦੀ ਹੋ ਰਹੀ ਹੈ ਉਹਦਾ ਦਰਸ਼ਨ ਕਰਾਇਆ। ਇੱਥੇ ਵੀ ਗੁਰੂ ਨਾਨਕ ਪਾਤਸ਼ਾਹ ਇਹੀ ਗੱਲ ਦੱਸ ਰਹੇ ਨੇ ਕਿ ਸਾਰੀਆਂ ਸ਼ਕਤੀਆਂ ਗਾਂਦੀਆਂ ਹੋਈਆਂ ਅਨੁਭਵ 'ਚ ਆ ਜਾਂਦੀਆਂ ਨੇ। ਉਸ ਲਈ ਪਾਣੀ ਦੀ ਆਵਾਜ਼ ਬੜੀ ਅੱਛੀ ਲੱਗਦੀ ਹੈ, ਉਸ ਲਈ ਪੱਖੇ ਦੀ ਆਵਾਜ਼ ਵੀ ਬੜੀ ਅੱਛੀ ਲੱਗਦੀ ਹੈ, ਕਿਉਂਕਿ ਇਹਦੇ ਵਿੱਚ ਵੀ ਉਹੀ ਬੋਲ ਰਹੇ ਹੈ। ਉਸ ਲਈ ਪਕਸ਼ੀਆਂ ਦਾ ਬੋਲਣਾ ਵੀ, ਚਹਿ ਝਾੜ ਕਰਨਾ ਵੀ ਬੜਾ ਪਿਆਰਾ ਲੱਗਦਾ ਹੈ, ਕਿਉਂਕਿ ਸਭੈ ਘਟ ਰਾਮ ਬੋਲੇ, ਕਿਉਂਕਿ ਉਹੀ ਬੋਲ ਰਿਹਾ ਹੈ। ਹਰ ਚੀਜ਼ ਅੱਛੀ ਲੱਗਦੀ ਹੈ, ਹਰ ਆਵਾਜ਼ ਮਨ ਨੂੰ ਖਿੱਚਦੀ ਹੈ। ਜਦੋਂ ਇਹ ਅਵਸਥਾ ਮਨੁੱਖ ਦੀ ਬਣ ਜਾਏ ਤਾਂ ਸਮਝੋ ਦਰਵਾਜ਼ੇ ਤੱਕ ਪਹੁੰਚ ਗਏ। ਪਰ ਦਰਵਾਜ਼ੇ ਤੱਕ ਪਹੁੰਚਣਾ ਵੀ ਅੰਦਰ ਅਜੇ ਪਹੁੰਚਣਾ ਨਹੀਂ, ਪਰ ਦਰਵਾਜ਼ੇ ਤੱਕ ਪਹੁੰਚਣਾ ਵੀ ਬਹੁਤ ਵੱਡੀ ਗੱਲ ਹੈ। ਲੋਕ ਇੱਥੇ ਵੀ ਨਹੀਂ ਪਹੁੰਚ ਪਾਉਂਦੇ। ਵਾਸ਼ਨਾਗ੍ਰਸਤ ਐਸੇ ਹੁੰਦੇ ਨੇ ਕਿ ਇਹ ਸਾਰਾ ਨਜ਼ਾਰਾ ਉਹ ਨਹੀਂ ਲੈ ਪਾਉਂਦੇ। ਜਿੱਥੇ ਉਹਨੂੰ ਸਭ ਕੁਝ ਅੱਛਾ ਲੱਗਣ ਲੱਗ ਪਏ, ਸਾਰੀਆਂ ਆਵਾਜ਼ਾਂ ਉਸੇ ਦੀਆਂ ਲੱਗਣ ਲੱਗ ਪੈਣ, ਤੇ ਸਾਰੀਆਂ ਆਵਾਜ਼ਾਂ ਫਿਰ ਅੱਛੀਆਂ ਲੱਗਣਗੀਆਂ ਨੇ ਜੀ ਉਹਦੀਆਂ ਹੈਗੀਆਂ ਨੇ ਤੇ। ਪਰ ਇਹ ਅਵਸਥਾ ਬਹੁਤ ਉੱਚੀ ਹੈ, ਸੁਰਤ ਨੂੰ ਉੱਚਾ ਕਰਨਾ ਪੈਂਦਾ। ਜੋ ਅਸੀਂ ਰੋਜ਼ ਪੜ੍ਹਦੇ ਹਾਂ, ਮੱਤ ਉੱਚੀ ਹੋਣੀ ਚਾਹੀਦੀ ਹੈ, ਮਨ ਨੀਵਾਂ ਹੋਣਾ ਚਾਹੀਦਾ। ਮਨ ਨੀਵਾਂ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ ਹੋਣੀ ਚਾਹੀਦੀ ਹੈ। ਮਨ ਨੀਵੇਂ, ਨਿਵਾਨ ਵੱਲ ਨਿਮਰਤਾ ਚ ਰਵੇ, ਪਰ ਸੋਚ ਬੜੀ ਗਹਿਰੀ ਹੋਵੇ ਔਰ ਨਿਮਰਤਾ ਨਾਲ ਹੋਵੇ। ਜੇ ਸੋਚ ਗਹਿਰੀ ਹੋਵੇ ਤੇ ਹੰਕਾਰ ਵੀ ਨਾਲ ਹੀ ਆ ਜਾਂਦਾ, ਹੰਕਾਰ ਹੀ ਮਨ ਹੈ। ਤੇ ਜੇ ਕਿਤੇ ਸੋਚ ਇੰਨੀ ਉੱਚੀ ਨਾ ਹੋਵੇ ਤੇ ਤਾਂ ਵੀ ਬੰਦਾ ਐਵੇਂ ਉਛਲਦਾ ਰਹਿੰਦਾ ਹੈ। ਕਹਿੰਦੇ ਸੋਚ ਮਹਾਨ ਹੋਵੇ ਪਰ ਨਿਮਰਤਾ ਨਾਲ ਹੋਵੇ, ਮਨ ਨੀਵਾਂ ਹੋਵੇ। ਤੋ ਇੱਥੇ ਗਾਉਣ ਵਾਲਿਆਂ ਦੀ ਲਿਸਟ ਪੇਸ਼ ਕੀਤੀ ਹੈ, ਕੌਣ ਕੌਣ ਪ੍ਰਮਾਤਮਾ ਤੈਨੂੰ ਗਾ ਰਹੇ ਨੇ। ਮਨ ਨੂੰ ਮੋਹਣ ਵਾਲੀਆਂ, ਮਨ ਨੂੰ ਮੋਹਣ ਵਾਲੇ ਇਹ ਸਾਰੇ, ਇਹ ਵੀ ਤੇਰਾ ਗੁਣ ਗਾ ਰਹੇ ਨੇ। ਤੇਰੇ ਰਤਨ ਸਾਗਰ ਚੋਂ ਨਿਕਲੇ ਹੋਏ, ਤੇਰਾ ਹੀ ਪ੍ਰਗਟਾਵਾ ਕਰ ਰਹੇ ਨੇ, ਤੇਰਾ ਹੀ ਦਰਸ਼ਨ ਇਹਨਾਂ ਤੋਂ ਹੋ ਰਿਹਾ ਹੈ। ਇਹਨਾਂ ਨੂੰ ਦੇਖ ਕੇ ਪਤਾ ਚੱਲਦਾ ਕੋਈ ਹੈ ਜਿਸ ਨੇ ਇਹਨਾਂ ਨੂੰ ਬਣਾਇਆ। 68 ਤੀਰਥ ਵੀ ਤੇਰਾ ਹੀ ਗੁਣਗਾਨ ਕਰ ਰਹੇ ਨੇ। ਜੋਧੇ ਮਹਾਬਲੀ ਸੂਰੇ, ਇਹ ਸਾਰੇ ਤੈਨੂੰ ਗਾ ਰਹੇ ਨੇ। ਤਾਂ ਕੱਲ ਗਾਉਣ ਵਾਲਿਆਂ ਦੀ ਲਿਸਟ ਸਾਰੀ ਸਾਂਝੀ ਕੀਤੀ ਗਈ ਸੀ। ਤਾਂ ਦੋ ਗੱਲਾਂ ਹੋ ਗਈਆਂ। ਪਹਿਲਾਂ ਸਵਾਲ ਕੀਤਾ ਗਿਆ ਤੇਰਾ ਘਰ ਕੈਸਾ ਹੈ ਤੇ ਤੇਰਾ ਦਰ ਕੈਸਾ ਹੈ, ਤੇ ਉਹਦੀਆਂ ਨਿਸ਼ਾਨੀਆਂ ਅੱਗੇ ਦੱਸੀਆਂ ਨੇ ਵੀ ਉਹਨੂੰ ਸਾਰੇ ਉੱਥੇ ਗਾ ਰਹੇ ਨੇ ਤੇ ਗਾਉਂਦੇ ਹੋਏ ਅਨੁਭਵ ਦੇ ਵਿੱਚ ਆ ਜਾਂਦੇ ਨੇ। ਇਹ ਹੈ ਉਹਦੇ ਦਰਵਾਜ਼ੇ ਦਾ ਦਰਸ਼ਨ। ਗੁਰੂ ਨਾਨਕ ਪਾਤਸ਼ਾਹ ਦੇ ਇਸ ਮਹਾਨ ਪੰਥ ਵਿੱਚ ਅਨੇਕ ਗੁਰਸਿੱਖ ਹੋਏ ਨੇ। 6ਵੇਂ ਪਾਤਸ਼ਾਹ ਦੇ ਸਮੇਂ ਇੱਕ ਗੁਰਸਿੱਖ ਹੋਏ ਨੇ, ਭਾਈ ਸੁਥਰਾ ਸ਼ਾਹ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਹ ਮਹਾਨ ਬ੍ਰਹਮ ਗਿਆਨੀ ਰਿਹਾ ਹੈ। ਬੜਾ ਹਾਸ ਰਸੀਆ ਸੀ, ਹਾਸ ਰਸ ਵਿੱਚ ਗਿਆਨ ਦਿੰਦਾ ਸੀ। ਤੇ ਇਹਨੇ ਇੱਕ ਦਫਾ ਕੋਈ ਸਿੰਘ ਪਾਠ ਕਰ ਰਿਹਾ ਸੀ ਤੇ ਪਾਠ ਕਰਦਿਆਂ ਕਰਦਿਆਂ ਇਹ ਵਿੱਚ ਬੋਲ ਰਿਹਾ ਸੀ। ਤੇ ਬੋਲ ਇਹ ਰਿਹਾ ਸੀ ਵੀ ਜਿਵੇਂ ਅਸੀਂ ਕਹਿੰਦੇ ਹਾਂ ਕਿਸੇ ਨੂੰ ਕਿ ਤੈਨੂੰ ਕੀ। ਇਹ ਪਾਠ ਦੇ ਵਿੱਚ ਕਹਿੰਦਾ ਸੀ ਤੈਨੂੰ ਕੀ, ਤੇ ਤੁਕਾਂ ਦੇ ਨਾਲ ਨਾਲ ਕਹਿੰਦਾ ਸੀ। ਜਿਵੇਂ ਸਿੱਖ ਪਾਠ ਕਰ ਰਿਹਾ ਸੀ ਵੀ ਕੇਤੇ ਰਾਗ ਪਰੀ ਸਿਉ ਕੀਨੇ, ਇਹ ਕਹਿੰਦਾ ਸੀ ਤੈਨੂੰ ਕੀ। ਤੁਕ ਦੇ ਨਾਲ ਨਾ ਆਪਣੀ ਗੱਲ ਲਾ ਦਿੰਦਾ ਸੀ, ਤੈਨੂੰ ਕੀ। ਜਦੋਂ ਉਹਨੇ ਪੜ੍ਹਨਾ ਸਿੱਖਨੇ ਗਾਵੇਂ ਤੋਂ ਨੋ ਪੌਣ ਪਾਣੀ ਬੈ ਸੰਤਰ, ਇਹਨੇ ਵਿੱਚ ਬੋਲਣਾ ਤੈਨੂੰ ਕੀ। ਜਿਸ ਲਈ ਉਹਨੇ ਕਹਿਣਾ ਗਾਵੇ ਰਾਜਾ ਧਰਮ ਦੁਆਰੇ, ਫਿਰ ਉਹਨੇ ਕਹਿਣਾ ਤੈਨੂੰ ਕੀ। ਤਾਂ ਜਿਸ ਲਈ ਗਾਉਣ ਵਾਲੇ ਦੀ ਕੋਈ ਗੱਲ ਕੀਤੀ ਜਾਏ ਤੇ ਵਿੱਚ ਬੋਲ ਜਾਏ ਤੈਨੂੰ ਕੀ। ਤੇ ਜਿਹੜਾ ਪਾਠ ਕਰ ਰਿਹਾ ਸੀ ਉਹਨੂੰ ਬੜਾ ਗੁੱਸਾ ਆਇਆ ਵੀ ਇਹ ਬੰਦਾ ਕਿੱਦਾਂ ਦਾ ਹੈਗਾ, ਮੈਨੂੰ ਪਾਠ ਨਹੀਂ ਕਰਨ ਦੇ ਰਿਹਾ।
जैसे मैं इस पौड़ी ते पहुंचिया ये कहता भी तेनू की जदों मैं गाउण वाले की कोई गल करदा अदों बीच बोल जाता। उन्हें शिकायत की गुरु गोबिंद सिंह साहब नूं उन्हें जाके कहा कि महाराज तुहाडा सिख भाई सुथरा शाह पाठ दे विच कहया वे तेनू की इहनूं पुछो। गुरु कलगीधर पातशाह ने भाई सुथरे शाह नूं बुला लिया। कहंदे भी सुथरिया तू पाठ दे विच कह रहा सी तेनू की ते भाई सुथरे शाह ने बड़ी वधिया गल कही। उन्हें कहा महाराज हाँ मैं कह रहा सी। कहंदे क्यों कह रहा सी? कहंदा महाराज ये बंदा पाठ कर रहा सी ते पाठ करदियां ये लिस्ट पढ़ के सुना रहा सी कि हे परमात्मा तेनू पवन पानी भी गा रहे हैं, हे रब जी तुहानू धर्म राजा भी गा रहे हैं, हे रब जी तुहानू चित्रगुप्त भी गा रहे हैं, हे रब जी तुहानू देवियां देवते ब्रह्मा विष्णु महेश भी गा रहे हैं। ये लिस्ट पढ़ के सुना रहा सी ते मैं विच इस वास्ते कह रहा सी भी तेनू की दा मतलब है वे कि अगर धर्मराज गा रहा ते गा रहा तू की लेना। अगर इंद्र गा रहा है ਉਹਦੇ ਨਾਲ देवते गा रहे ने ते तेनू की गान दे भावें। महाराज कहते भी तू ये क्यों कह रहा सी भी तेनू की? कहता मैं इस वास्ते कह रहा सी कि ये बंदा लिस्ट सुना रहा सी, इहने कदी आप नहीं गाया रब नूं, ये रब दे गुण नहीं गांदा। ये जदों भी जपजी पढ़दा है ते लिस्ट सुना दिंदा है भी ऐ तेनू गा रहे ने, आप कदी गांदा ही नहीं। रह रस पढ़ेगा तां लिस्ट सुना देगा। गाउण वालियां दी लिस्ट हैगी ना भी कौन कौन गा रहे ने, गवैये ने सारे, ये सारे रागां सहित गा रहे ने, इन्हां दे अपने राग ने, इन्हां दा राग ताल अपने सब गा रहे ने। ते कहंदा गाउण वालियां दी लिस्ट ते दस रहे ते मैं तेनू कहा भी तेनू की जे सारे गा रहे ने ते तू की लेना, तू आप तो गाउंदा नहीं। लिस्ट सुनाउण दा मतलब ये वे कि जेड़ा कहंदा है भी ये शक्तियां रब जी तुहानू गा रहीआं ने ते वो आप भी रब जी नू गावे, फिर ते ओदी कोई लिस्ट सुनानी बनदी है। जेड़ा आप ते गाउंदा नहीं खाली पढ़ दिंदा है ते ओ ते फिर लिस्ट सुना रहा गाउण वालियां दी। ते मैं तां कहा सी गुरु साहब ने कहा भाई यदि कोई गलती नहीं, इन्हें शिक्षा देने वास्ते तेनू ज्ञान देने वास्ते इन्हें इस तरह किया है ते तुसीं हुण सारे समझो कि इस तरह जदों पाठ करते हो इन्ने लोग इन्नियां शक्तियां ब्रह्मंड दे विच शक्तियां सब रब जी तुहानू गा रही ने ते मैं भी गावां, ऐसी मेरे ते किरपा करो। तो आओ हुण जिहड़ी रहिंदी पौड़ी है ओहदी विचार सांझी करते हैं। इत्थे तक ते लिस्ट सुनाई है, अगे कुछ विचार रब बारे दिते ते भगतां बारे। से तुद नो गावें जो तुद भावन, रते तेरे भगत रसाले। कहंदे ओही तेनू गाउंदे ने ਜਿਹੜੇ ਤੈਨੂੰ ਭਾ ਜਾਂਦੇ ਨੇ। ਹੁਣ ਇੱਥੇ ਦੋਵੇਂ ਅਰਥਾਂ ਦੇ ਵਿੱਚ ਕਿ ਜਿਹੜੇ ਤੈਨੂੰ ਅੱਛੇ ਲੱਗਦੇ ਨੇ ਉਹਨਾਂ ਨੂੰ ਤੂੰ ਗੁਣ ਗਾਉਂਦਾ, ਉਹ ਤੇਰਾ ਗੁਣ ਗਾਉਂਦੇ ਨੇ। ਦੂਸਰਾ ਅਰਥ ਇਹ ਵੀ ਕਰਾਂਗੇ ਕਿ ਸਹੀ ਤੁਧ ਨੂੰ ਗਾਵੇਂ ਜੋ ਤੁਧ ਭਾਵਨ। ਇਹ ਮਾਲਕ ਉਹੀ ਤੈਨੂੰ ਗਾਉਂਦੇ ਨੇ, ਉਹਨਾਂ ਦਾ ਗਾਇਆ ਹੀ ਪ੍ਰਵਾਨ ਹੈ। जिन्हां दा गाया होया तेनू प्रवान हो जाए, तेनू भा जाए। कोई गाई जाए उहदा गाया रब प्रवान ही ना करे ते उहदा गाया होया वो खाली तोता रटा। साडा कीता होया पाठ, कीता होया कीर्तन, कीता होया सत्संग वो प्रवान कर ले। हुण कहें जी प्रवान कीता उन्हें कि नहीं कीता, इहदा कितना पता चलेगा? जे ਇਹਦਾ ही पता नहीं हैगा तो फिर जीवन की है? फिर जीवन तो कुछ भी नहीं हैगा, फिर अंधेरे च।
ਇਹ ਨਹੀਂ ਪਤਾ ਚੱਲ ਰਿਹਾ ਕਿ ਮੈਨੂੰ ਸਤਸੰਗ ਦਾ ਲਾਭ ਮਿਲ ਗਿਆ, ਸਤਸੰਗ ਦੇ ਵੀ ਜਾਣ ਦੀ ਮੇਰੀ ਹਾਜ਼ਰੀ ਲੱਗੀ ਜਾਂ ਨਹੀਂ ਲੱਗੀ। ਜਿਵੇਂ ਅਸੀਂ ਦੁਨਿਆਵੀ ਤੌਰ ਤੇ ਸਕੂਲ ਵੀ ਜਾਂਦੇ ਹਾਂ ਤੇ ਆਪਣੀ ਹਾਜ਼ਰੀ ਉੱਤੇ ਲਗਾਉਂਦੇ ਹਾਂ, ਆਫਿਸ ਵੀ ਜਾਂਦੇ ਹਾਂ ਹਾਜ਼ਰੀ ਆਪ ਲਗਾਉਂਦੇ ਹਾਂ, ਔਰ ਸਾਨੂੰ ਪਤਾ ਹੁੰਦਾ ਹੈ ਕਿ ਸਾਡੀ ਹਾਜ਼ਰੀ ਲੱਗ ਗਈ। ਜਦੋਂ ਨਹੀਂ ਲੱਗੀ ਉਦੋਂ ਵੀ ਸਾਨੂੰ ਪਤਾ ਹੁੰਦਾ ਹੈ ਕਿ ਸਾਡੀ ਹਾਜ਼ਰੀ ਨਹੀਂ ਲੱਗੀ। ਤੇ ਰੱਬ ਦੇ ਘਰ ਦੇ ਵਿੱਚ ਸਾਨੂੰ ਜਾਂਦਿਆਂ ਇੰਨਾ ਸਮਾਂ ਹੋ ਗਿਆ ਹੈ, ਪਰ ਸਾਨੂੰ ਇਹ ਨਹੀਂ ਪਤਾ ਚੱਲ ਰਿਹਾ ਵੀ ਸਾਡੀ ਹਾਜ਼ਰੀ ਲੱਗਦੀ ਪਈ ਹੈ ਕਿ ਨਹੀਂ ਲੱਗਦੀ ਪਈ। ਮੇਰਾ ਕੀਤਾ ਹੋਇਆ ਪਾਠ ਰੱਬ ਪ੍ਰਵਾਨ ਕਰ ਰਿਹਾ ਕਿ ਨਹੀਂ ਕਰ ਰਿਹਾ। ਮੇਰਾ ਕੀਤਾ ਹੋਇਆ ਸਤਸੰਗ ਉਹਦੇ ਘਰ 'ਚ ਕਬੂਲ ਹੋਇਆ ਕਿ ਨਹੀਂ ਹੋਇਆ। ਇਹ ਕੌਣ ਜਾਣੇਗਾ। ਇਹਦੀ ਜਾਣਕਾਰੀ ਲੈਣ ਵਾਸਤੇ ਕੋਈ ਹੋਰ ਥੋੜੀ ਆਏਗਾ। ਇਹਦਾ ਵੀ ਮੈਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਮੇਰੀ ਹਾਜ਼ਰੀ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ। ਅਗਰ ਨਹੀਂ ਪਤਾ ਤੇ ਫਿਰ ਤੋਤਾ ਡਰਟਨ ਹੈ, ਫਿਰ ਸਮਾਂ ਖਰਾਬ ਹੈ, ਫਿਰ ਮੈਨੂੰ ਫੋਕਾ ਹੰਕਾਰ ਹੋ ਜਾਏਗਾ ਕਿ ਮੈਂ ਬਹੁਤ ਪਾਠ ਕਰਦਾ, ਮੈਂ ਬਹੁਤ ਸਤਸੰਗ ਕਰਦਾ। ਇਹਦਾ ਵੀ ਹੰਕਾਰ ਹੋ ਜਾਏਗਾ। ਇਹ ਹਾਜ਼ਰੀ ਉਹਦੇ ਘਰ 'ਚ ਲੱਗੀ ਹੈ ਕਿ ਨਹੀਂ ਲੱਗੀ, ਇਹਦਾ ਪਤਾ ਹੀ ਕੋਈ ਨਹੀਂ, ਇਹਦੀ ਖਬਰ ਹੀ ਕੋਈ ਨਹੀਂ। ਇੱਥੇ ਕਹਿੰਦੇ ਵੀ ਉਹਨਾਂ ਦਾ ਗਾਵੇ ਹੀ ਸਹੀ ਮੈਨੇ ਅੱਜ ਗਾਇਆ ਹੈ, ਜਿਹੜੇ ਤੈਨੂੰ ਭਾ ਜਾਣ, ਤੈਨੂੰ ਅੱਛੇ ਲੱਗ ਜਾਣ। ਤੇ ਉਹ ਕੌਣ ਨੇ? ਕਹਿੰਦੇ ਤੇਰੇ ਰੰਗ ਦੇ ਵਿੱਚ ਰਤੇ ਹੋਏ ਤੇਰੇ ਭਗਤ, ਜੋ ਰਸਾਲੇ ਨੇ, ਰਸਦਾਇਕ ਨੇ, ਰਸਾਂ ਵਾਲੇ ਨੇ, ਉਹ ਤੇਰੇ ਨਾਮ ਦੇ ਰੰਗ 'ਚ ਰਤੇ ਰਹਿੰਦੇ ਨੇ ਭਗਤ ਜਨ। ਉਹਨਾਂ ਨੂੰ ਪੂਰਾ ਪੂਰਾ ਪਤਾ ਚੱਲਦਾ ਹੈ ਕਿ ਅੱਜ ਹਾਜ਼ਰੀ ਲੱਗੀ ਜਾਂ ਨਹੀਂ ਲੱਗੀ, ਪੂਰਾ ਪੂਰਾ ਪਤਾ ਚੱਲਦਾ। ਉਹਨਾਂ ਦਾ ਵੀ ਇਹ ਅਧਿਆਤਮਿਕ ਸਕੂਲ ਹੈ। ਉਹ ਅਧਿਆਤਮਿਕ ਸਕੂਲ 'ਚ ਵੀ ਦੇਖਦੇ ਨੇ ਮੇਰੀ ਪੂਰੀ ਹਾਜ਼ਰੀ ਲੱਗ ਰਹੀ ਹੈ ਨਹੀਂ ਲੱਗ ਰਹੀ। ਨਹੀਂ ਲੱਗੀ ਤਾਂ ਵੀ ਉਹਨਾਂ ਨੂੰ ਪਤਾ ਚੱਲ ਜਾਂਦਾ, ਲੱਗੀ ਤਾਂ ਵੀ ਉਹਨਾਂ ਨੂੰ ਪਤਾ ਚੱਲ ਜਾਂਦਾ। ਤੇ ਗੁਰੂ ਗਰੀਬ ਨਵਾਜ਼ ਇੱਥੇ ਸਮਝਾ ਰਹੇ ਨੇ, ਸੇ ਤੁਧ ਨੂੰ ਗਾਵੇਂ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ, ਸੇ ਮੈਂ ਚਿਤ ਨਾਵਨ, ਨਾਨਕ ਕਿਆ ਵਿਚਾਰੇ। ਹੋਰ ਕਿਤਨੇ ਹੀ ਤੈਨੂੰ ਗਾ ਰਹੇ ਨੇ, ਕਿਤਨੇ ਹੀ ਗਾ ਰਹੇ ਨੇ, ਕਿਤੇ ਗਾਵਨ। ਕਹਿੰਦੇ ਸੇ ਮੈਂ ਚਿਤ ਨਾਵਨ, ਉਹ ਤਾਂ ਮੇਰੇ ਚੇਤੇ ਵਿੱਚ ਵੀ ਨਹੀਂ ਆ ਰਹੇ, ਮੇਰੀ ਸੋਚ ਵਿੱਚ ਨਹੀਂ ਆ ਰਹੇ ਵੀ ਹੋਰ ਤੈਨੂੰ ਕੌਣ ਕੌਣ ਗਾ ਰਿਹਾ। ਗੁਰੂ ਗਰੀਬ ਨਵਾਜ਼ ਇੱਥੇ ਕਹਿ ਰਹੇ ਨੇ ਕਿ ਜਿਹੜੀ ਮੈਂ ਗਾਉਣ ਵਾਲਿਆਂ ਦੀ ਲਿਸਟ ਤੁਹਾਡੇ ਸਾਹਮਣੇ ਰੱਖੀ ਹੈ ਵੀ ਸਾਰੇ ਗਾ ਰਹੇ ਨੇ, ਇਸ ਤੋਂ ਇਲਾਵਾ ਹੋਰ ਵੀ ਅਨੇਕ ਨੇ। ਇੱਥੇ ਗੱਲ ਖਤਮ ਨਹੀਂ ਹੋਈ ਹੈ। ਹੋਰ ਕਿਤਨੇ ਰੱਬ ਜੀ ਤੁਹਾਨੂੰ ਗਾ ਰਹੇ ਨੇ, ਉਹ ਤਾਂ ਮੇਰੇ ਚੇਤੇ ਵਿੱਚ ਹੀ ਨਹੀਂ ਨੇ। ਇਸ ਤਰ੍ਹਾਂ ਆਪਣੇ ਆਪ ਨੂੰ ਕਹਿੰਦੇ ਨੇ ਵੀ ਨਾਨਕ ਵਿਚਾਰਾ ਦੱਸ ਵੀ ਕਿਵੇਂ ਸਕਦਾ ਹੈ ਕਿ ਕੌਣ ਕੌਣ ਤੈਨੂੰ ਗਾ ਰਿਹਾ। ਸਾਰਿਆਂ ਦਾ ਥੋੜੀ ਦੱਸ ਸਕਦਾ। ਜਿਨ੍ਹਾਂ ਦਾ ਪਤਾ ਚੱਲਿਆ, ਜਿਨ੍ਹਾਂ ਦੀ ਕੋਈ ਖਬਰ ਹੋਈ ਹੈ, ਉਹਨਾਂ ਬਾਰੇ ਹੀ ਦੱਸਿਆ ਹੈ। ਤੇ ਕਈ ਤੇ ਐਸੇ ਨੇ ਜਿਨ੍ਹਾਂ ਦੀ ਖਬਰ ਹੀ ਕੋਈ ਨਹੀਂ, ਕੌਣ ਜਪ ਰਹੇ ਨੇ, ਕਿੱਥੇ ਕਿੱਥੇ ਜਪ ਰਹੇ ਨੇ, ਪਤਾ ਹੀ ਕੋਈ ਨਹੀਂ। ਪਤਾ ਚੱਲ ਵੀ ਕਿਵੇਂ ਸਕਦਾ, ਕਿਉਂਕਿ ਬਹੁਤ ਵੱਡਾ ਰੱਬ ਜੀ ਦਾ ਪਸਾਰਾ ਹੈ। ਇਹ ਉਹਨਾਂ ਦਾ ਆਪਣਾ ਰਚਿਆ ਹੋਇਆ ਪਸਾਰਾ ਹੈ। ਹੋਰ ਕੀਤੇ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਹੁਣ ਅੱਗੇ ਰੱਬ ਦੀ ਗੱਲ ਕਰਦੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਕਹਿੰਦੇ ਸਹੀ ਮੈਨਿਆਂ ਚ ਉਹੀ ਹੈ ਸਦਾ ਸੱਚ, ਸਦੀਵੀ ਸੱਚ, ਹਮੇਸ਼ਾ ਰਹਿਣ ਵਾਲਾ ਉਹੀ ਹੈ ਮਾਲਕ ਪਰਮਾਤਮਾ, ਜੋ ਹਮੇਸ਼ਾ ਹੀ ਸੱਚ ਹੈ, ਸਦੀਵੀ ਹੈ ਔਰ ਸੱਚਾ ਸਾਹਿਬ ਹੈ, ਸੱਚਾ ਮਾਲਕ ਹੈ। ਤੇ ਸਾਚੀ ਨਾਈ, ਸੱਚਾ ਹੀ ਉਹਦਾ ਨਾਮ ਹੈ।
वो सिर्फ वही है रब, उस तो बगैर होर कोई नहीं। सदीवी हस्ती ते रब ही है। ते कहंदे कैसा, वो कहंदे है भी होसी, है भी हुण भी हैगा भी, होसी होएगा भी, जाए ना जासी। वो ना किते जांदा है ना किते जाएगा, विराजमान है, सारी जगह विराजमान है, कितों भी वो जांदा नहीं, सब जगह रहिंदा है, सब वही है। जिस मालिक ने सारी रचना रची है, ते उस मालिक की गल कर रहे ने कि वो सदीवी होने वाला है, हर समय रहिंदा है। कोई भी समय ऐसा नहीं जदों नहीं सी, कोई भी समय ऐसा है नहीं जदों नहीं होएगा। ये रिचैता, ये मालिक संसार की रचना किस किस्म की करता है। रंगी रंगी भांति कर कर जिनसी माया जिन उपाई। रंगी रंगी भांति, रंग बिरंगी है ते भांत भांत दी अलग अलग है। इस रचना दे विच अनेक अनेक रंग उन्हें भरे हैं, और वो रंग रब दे अपने ने, दूरों दी पहचान हो जाती है। दूरों पता चल जाता है भी ये स्त्री है कि पुरुष है। अगर इको जे बना देता स्त्री ते पुरुष, तो फिर पहचान करनी मुश्किल हो जाती। ये बकरी है कि बकरा वे, दूरों पता चल जाता, एक पहचान दी होनी। ये बैल है, ये गऊ है, पता चल जाता। ये सप है कि सपनी है, पता चल जाता। छोटे तो छोटे जीवां का भी पता चल जाता। अगर ये पहचान ना देंदा तो पहचानना ही मुश्किल हो जाता। फिर शक्लां सब दियां अलग अलग रखियां ने, जे इको जिहियां शक्लां सब दियां बना देंदा तो पता ही ना चलता तेरा भरा कौन है, मेरी भैन कौन है, दूसरे का भरा किहड़ा है, किवें पता चलता? नहीं पता चल सकता। कहते देखो दी रचना कैसी रचना, रंग बिरंगी है, सब दे रंग अलग अलग, सब दियां आवाज़ां अलग अलग, सब दी पहचान अलग अलग। टीवी दे विच एक मुसलमान वीर दे 18 बच्चे दसे हुए, उन्होंने इंटरव्यू वाले ने पूछा कि तुहाडे 18 बच्चे ने, तुसी पहचानदे किस तरह, इन्हां दे नाम किवें सारियां दे याद रखदे हो, ते तुहानूं किवें पता चलदा है कि कौन किथे गया होया है? अगे उन्हें बड़ा वधिया जवाब दिता। उन्हें कहा जी रब ने सब की पहचान अलग अलग बनाई है। ये थोड़ी है कि साढ़े 18 बच्चे ने तो सारे इको जे ही ने, ते इको जे ते असीं उन्हां दे नाम भी नहीं रखे, ते फिर जी तुहानूं नाम याद किदां रहिंदे ने? 18 नाम इकट्ठे याद किवें रखदे? ये 18 नाम किहड़े एक दिन च याद कीते ने? जिवें जिवें बच्चे होंदे गए ते नाम रखदे गए, ਇਹਦੇ 'ਚ कोई याद करने की लोड़ ही नहीं। फिर उन्हें कहा जी सब की पहचान अल्लाह ताला ने अलग अलग बताई है, अलग अलग रखी है। अगर उस पहचान अलग अलग ना रखता तो फिर पहचानना भी मुश्किल हो जाता। असी कई बार किसी जगह जाते हैं, सानू किसी की शक्ल देख के भुलेखा लगता है भी ये तो मेरा ताया चाचा वे, ये तो मेरा फुफा लग रहा है, या ये मेरी मामी लग रही है, ताई लग रही है। बिल्कुल दूरों इदा लगती है। जो असी कोल जाते हैं वो गल करते हैं जां करदी, असी पूछ लेने
ਤੇ ਸਾਨੂੰ ਪਤਾ ਚੱਲ ਜਾਂਦਾ ਹੈ ਵੀ ਇਹ ਉਹ ਨਹੀਂ ਹੈ। ਮਤਲਬ ਇਹ ਕਿ ਇਹ ਕਿਵੇਂ ਪਤਾ ਚੱਲਦਾ ਹੈ? ਇਹ ਪਤਾ ਚੱਲਦਾ ਹੈ ਕਿ ਰੱਬ ਨੇ ਹਰ ਇੱਕ ਦੀ ਪਹਿਚਾਨ ਅਲੱਗ ਅਲੱਗ ਬਣਾਈ ਹੈ। ਜੇ ਅਲੱਗ ਅਲੱਗ ਪਹਿਚਾਨ ਨਾ ਹੁੰਦੀ ਤੇ ਫਿਰ ਬੜਾ ਮੁਸ਼ਕਲ ਹੋ ਜਾਂਦਾ ਇਸ ਪ੍ਰਿਥਵੀ ਦੇ ਵਿੱਚ ਜੀਵ ਨੂੰ ਪਹਿਚਾਨਣਾ। ਕਹਿੰਦੇ ਰੰਗੀ ਰੰਗੀ ਹੈ, ਰੰਗ ਬਰੰਗੀ ਹੈ, ਅਲੱਗ ਅਲੱਗ ਰੰਗ ਰੱਖਦੀ ਹੈ, ਆਪਣੀ ਆਪਣੀ ਹੋਂਦ ਰੱਖਦੀ ਹੈ। ਇਹ ਭਾਂਤ ਭਾਂਤ ਦੀ ਦੁਨੀਆ ਹੈ। ਇਹ ਤੇ ਨਾ ਇੱਕ ਸੁਭਾਅ ਹੈ ਕਿਸੇ ਦਾ, ਨਾ ਇੱਕ ਕੰਮ ਹੈ ਕਿਸੇ ਦਾ, ਨਾ ਇੱਕ ਕੱਦ ਕਾਠ ਵੀ ਇੱਕ ਨਹੀਂ ਹੈ ਸਭ ਦਾ। ਤੇ ਮਨੁੱਖ ਦੀ ਪਹਿਚਾਨ ਕਰਨੀ ਮੁਸ਼ਕਲ ਹੋ ਜਾਏ ਅਗਰ ਇਹ ਭੇਦ ਰੱਬ ਵਿੱਚ ਨਾ ਰੱਖੇ। ਹੁਣ ਤੇ ਇੱਥੋਂ ਤੱਕ ਕਹਿੰਦੇ ਨੇ ਜਦੋਂ ਵੀ ਬੰਦੇ ਦੀ ਪੂਰੀ ਪਹਿਚਾਨ ਕਰਨੀ ਹੋਵੇ, ਬੰਦੇ ਦਾ ਲਾਇਸੈਂਸ ਬਣਾਉਣਾ, ਪਾਸਪੋਰਟ ਬਣਾਉਣਾ ਜਾਂ ਇਲੈਕਸ਼ਨ ਕਾਰਡ ਬਣਾਉਣਾ, ਤੇ ਬੰਦੇ ਦੀਆਂ ਦੋ ਚੀਜ਼ਾਂ ਜ਼ਰੂਰ ਦੇਖਦੇ, ਅੱਖਾਂ, ਕਿਉਂਕਿ ਅੱਖਾਂ ਸਭ ਦੀਆਂ ਅਲੱਗ ਅਲੱਗ ਨੇ, ਕੋਈ ਵੀ ਅੱਖ ਕਿਸੇ ਨਾਲ ਨਹੀਂ ਮਿਲ ਸਕਦੀ। ਔਰ ਇਹ ਉਹਨਾਂ ਨੇ ਖੋਜ ਕੀਤੀ ਹੈ ਵੀ ਅੱਖ ਜਿਹੜੀ ਹੈ ਉਹ ਇੱਕ ਨਹੀਂ ਹੈਗੀ। ਇਤਨੇ ਲੋਕ ਨੇ, ਇਤਨੀਆਂ ਅੱਖਾਂ ਰੱਬ ਨੇ ਬਣਾਈਆਂ ਨੇ, ਸਭ ਦੀਆਂ ਅਲੱਗ ਅਲੱਗ। ਕਹਿੰਦੇ ਵੀ ਇੱਕ ਵੀ ਅੱਖ ਦੂਸਰੇ ਦੀ ਅੱਖ ਨਾਲ ਨਹੀਂ ਮਿਲਦੀ। ਉਸ ਤੋਂ ਬਾਅਦ ਹੱਥਾਂ ਦੀਆਂ ਜਿਹੜੀਆਂ, ਜਿਹਨੂੰ ਫਿੰਗਰਪ੍ਰਿੰਟ ਕਹਿੰਦੇ ਨੇ, ਇਹ ਵੀ ਸਭ ਦੇ ਅਲੱਗ ਅਲੱਗ ਕਮਾਲ ਹੈ, ਇੱਕ ਨਹੀਂ ਹੈ। ਇੱਕ ਹੁੰਦਾ ਹੋਵੇ ਤੇ ਮੁਸ਼ਕਲ ਹੋ ਜਾਏ। ਤੁਸੀਂ ਦੇਖੋ, ਬੱਚਾ ਹੋਵੇ ਚਾਹੇ ਜਵਾਨ ਹੋਵੇ ਚਾਹੇ ਬੁੱਢਾ ਹੋਵੇ, ਇੱਕ ਚੀਜ਼ ਐਸੀ ਹੁੰਦੀ ਹੈ ਉਹ ਸਭ ਦੀ ਇੱਕੋ ਹੀ ਹੁੰਦੀ ਹੈ। ਇਹ ਸਾਡੀਆਂ ਅੱਖਾਂ ਦੇ ਵਿੱਚ ਜਿਹੜਾ ਦਿਲ ਹੈ ਨਾ, ਦਿਲ ਇਹ ਸਭ ਦਾ ਇੱਕ ਹੈ, ਬੱਚੇ ਦਾ ਵੀ, ਜਵਾਨ ਦਾ ਵੀ, ਬੁੱਢੇ ਦਾ ਵੀ। ਇਹ ਨਾ ਵੱਡਾ ਹੁੰਦਾ ਨਾ ਛੋਟਾ ਹੁੰਦਾ, ਬਸ ਇੱਕੋ ਵਾਰੀ ਬਣਦਾ ਹੈ। ਬਾਕੀ ਪਾਰਟਸ ਉੱਪਰ ਥੱਲੇ ਹੁੰਦੇ ਰਹਿੰਦੇ ਨੇ, ਘੱਟ ਵੱਧ ਹੁੰਦੇ ਰਹਿੰਦੇ ਨੇ। ਬੱਚੇ ਦੀਆਂ ਹੱਡੀਆਂ ਤਕਰੀਬਨ 300 ਦੇ ਕਰੀਬ ਹੁੰਦੀਆਂ। ਜੈਸੇ ਉਹ ਥੋੜਾ ਜਵਾਨ ਹੁੰਦਾ ਹੈ ਫਿਰ ਉਹਦੀਆਂ 250 ਦੇ ਕਰੀਬ ਹੋ ਜਾਂਦੀਆਂ। ਬਾਕੀ ਜਿਹੜੀਆਂ ਛੋਟੀਆਂ ਛੋਟੀਆਂ ਹੱਡੀਆਂ ਨੇ ਉਹ ਵੱਡੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਤੇ ਫਿਰ ਇੱਕੋ ਹੋ ਜਾਂਦੀਆਂ। ਛੋਟੇ ਦੀਆਂ ਹੱਡੀਆਂ 300 ਦੇ ਕਰੀਬ ਹੁੰਦੀਆਂ, ਵੱਡੇ ਦੀਆਂ 250 ਦੇ ਕਰੀਬ। ਤੇ ਉਹ 50 ਹੱਡੀਆਂ ਕਿੱਧਰ ਚਲੀਆਂ ਜਾਂਦੀਆਂ? ਇਹ ਕਰਤੇ ਦੀ ਰਚਨਾ ਹੈ, ਇਹ ਭਾਂਤ ਭਾਂਤ ਦੀ ਹੈ। ਉਹ ਸਭ ਕਰ ਰਿਹਾ, ਇਹਦੇ ਵਿੱਚ ਸਾਰੇ ਕੁੱਤ ਕਰ ਰਿਹਾ, ਇਹਦੇ ਵਿੱਚ ਉਹ ਬਿਰਾਜਮਾਨ ਹੈ। ਕੋਈ ਵੀ ਬੰਦਾ ਇਤਨਾ ਵੱਡਾ ਕੰਮ ਨਹੀਂ ਕਰ ਸਕਦਾ ਜਿਤਨਾ ਵੱਡਾ ਕੰਮ ਉਹ ਕਰ ਰਿਹਾ ਹੈ। ਹਰ ਜਗ੍ਹਾ ਹਰ ਥਾਂ ਤੇ ਉਹਦੀ ਇੱਕ ਫੈਕਟਰੀ ਚੱਲ ਰਹੀ ਹੈ। ਚੀਂਟੀਆਂ ਦੀ ਸਿਰਜਣਾ ਹੋ ਰਹੀ ਹੈ, ਚੀਂਟੀਆਂ ਬਣਾਈ ਜਾ ਰਹੀ ਹੈ, ਜਾਨਵਰ ਬਣਾਈ ਜਾ ਰਹੇ, ਪੇੜ ਪੌਦੇ ਬਣਾ ਰਹੇ, ਪੇੜ ਪੌਦਿਆਂ ਵੀ ਛੋਟੇ ਛੋਟੇ ਜੀਵ ਪੈਦਾ ਹੋ ਰਹੇ, ਅਨੇਕਾਂ। ਸਭ ਕਹਿੰਦੇ ਨੇ ਭਾਂਤ ਭਾਂਤ ਦੀ ਏ, ਰੰਗ ਬਰੰਗੀ ਏ, ਅਨੇਕਾਂ ਤਰ੍ਹਾਂ ਦੀ ਇਹ ਪ੍ਰਿਥਵੀ ਤੇ ਇਹ ਮਾਇਆ ਜਿਹੜੀ ਰੱਬ ਨੇ ਬਣਾਈ ਹੈ। ਮਾਇਆ ਜਿਨ ਉਪਾਈ, ਇਹ ਸਭ ਸ੍ਰਿਸ਼ਟੀ ਮਾਇਆ ਹੈ। ਜੋ ਕੁਝ ਵੀ ਦਿਖ ਰਿਹਾ ਸਭ ਉਹਦੀ ਮਾਇਆ ਹੈ, ਅਸੀਂ ਵੀ ਉਹਦੀ ਮਾਇਆ ਹਾਂ। ਉਸ ਤੋਂ ਅਗਲੀ ਗੱਲ ਕਹਿੰਦੇ ਨੇ ਕਿ ਐਸਾ ਰੱਬ ਜਿਹੜਾ ਇੱਕ ਅਚੰਭਾ ਹੈ, ਇੱਕ ਸਰਪ੍ਰਾਈਜ਼ ਹੈ, ਇੱਕ ਪਹੇਲੀ ਹੈ, ਉਸ ਰੱਬ ਦੀ ਗੱਲ ਕਰਦੇ ਨੇ। ਕਹਿੰਦੇ ਉਹ ਕੀ ਕਰ ਰਿਹਾ ਉਹਦੇ ਬਾਰੇ ਵਿੱਚ ਸੁਣੋ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਰੱਬ ਆਪਣੇ ਕੀਤੇ ਹੋਏ ਨੂੰ ਵੇਖਦਾ ਹੈ। ਉਹਨੇ ਸ੍ਰਿਸ਼ਟੀ ਬਣਾਈ ਤੇ ਖਾਲੀ ਬਣਾਈ ਨਹੀਂ, ਬਣਾਉਣ ਤੋਂ ਬਾਅਦ ਉਹਨੂੰ ਦੇਖਦਾ ਹੈ
सानू भी बनाया उन्हें, तो फिर सानू देखदा भी ये की करदा है। कहंदे सब दी रचना करके अपने कीते होए नूं वेखदा है, जिवें उसकी मौज होवे, जिवें तिसदी वडियाई, जिवें उहदी वडियाई, जिवें उहनूं भावे, जिवें उहनूं अच्छा लगे, उस तरीके दे नाल ही इस नूं वेखदा है। जो तिस भावे सोई करसी, हुक्म न करना जाए। कहंदे जो उहनूं भावेगा कोई करेगा, उस तो बिना कुछ हो नहीं सकता। इस पौड़ी के अंदर लहंदी बोली की बड़ी झलक है। जो तिस भावे सोई करसी, ये लहंदी पंजाबी है। जो नूं भावे भावेगा वही करेगा, ते उस रब ते हुक्म नहीं किया जा सकता। ਉਹਦਾ ही हुक्म चल रहा, ਉਹਨੂੰ कौन हुक्म कर सकता? वो सर्वशक्तिमान है, ਉਹਦਾ ते हुक्म मनना पैंदा है, हुक्म कोई कर नहीं सकता। सो पातशाह शाहां पात साहिब, कहंदे ਉਹ ਤੇ फिर पातशाह है। ते पातशाह कैसा है? जिहड़े शाह लोग ने, शाह हुंदा जिहड़े बड़े पूंजीपति ने, जिन्हां कोल बड़ा धन है, बड़ी गलबात है, उन्हां शाहां दे उत्ते भी वो पात साहिब है। उन्हां शाहां दा भी शाह है, बादशाह है। ते ऐसा मालिक जिहड़ा शाहां दा भी शाह है, शाहां दा भी पातशाह है, ते नानक रहण रजाई, ये नानक आख के ओदी रजा च रहना ही सब कुछ है। जिहड़ा ओदी रजा च रवे उन्हें सब कुछ पा लिया। इत्थे एक गल होर समझना, एक है ओदी रजा, दूसरा ओदे गुण गाने। अगर कोई ओदे गुण गाई जाए, ओदी रजा च ना रवे, खाली पाठ करे, ओदी रजा च ना रवे, कथा कीर्तन करे जां सुन ले, पर ओदी रजा च नहीं रहिंदा, ऐसा बंदा जिहड़ा दुखी रहिंदा है। ऐसे बंदे दे घर दे विच सुख नहीं वरतदा, ओदे जीवन च भी सुख नहीं हुंदा। भावें वो सवेरे रोज पाठ करदा होवे, पर ओदे जीवन च सुख नहीं होएगा। क्यों भला? क्योंकि वो रजा च नहीं रह रहा, मालिक दी रजा नूं नहीं कबूल रहा। अगर रजा च रहेगा ते तां ही ओहदा कीता होया पाठ पाठ है, तां ही ओहदा कीता होया सत्संग, तां ही ओहदे दुख मिटाएगा कीता होया सत्संग। ये 27 नंबर पौड़ी जिहड़ी सब तो वड्डी है, इस पौड़ी दे अंदर दो गल्लां बड़ियां कीमती ने, सारियां कीमती ने वैसे, पर दो गल्लां नूं असीं जीवन च धारण कर सकते हैं। ओहदे गुण गाइए ते ओहदी रजा च रहिए, रजा च रह के गुण गाइए ते गुण गाए हुए प्रवान हो जाते। गुण थोड़े जे भी गाओ तां भी प्रवान हो जाते हैं, जे रजा च गाओ। ये रजा तो बगैर भावें पाठ ज़्यादा भी कर लो, गुण ज़्यादा भी गा लो, तां भी जीवन का मसला हल नहीं होता। कहते नानक आख ओहदी रजा च रहना ही सही काम है। ਹੁਣ ਅਸੀਂ ਕਹਾਂ ਜੇ ਗੁਣ ਗਾਣੇ ਤੇ ਚਲੋ ਹੋ ਗਿਆ, ਜੇ ਅਸੀਂ ਪਾਠ ਕਰ ਲਿਆ, ਸਤਸੰਗ ਚਲੇ ਗਏ, ਕੀਰਤਨ ਸੁਣ ਲਿਆ ਜਾਂ ਕਰ ਲਿਆ। ਇਹ ਰਜ਼ਾ ਵਰਡ ਕੀ ਹੈ? ਰਜ਼ਾ ਕੀ ਚੀਜ਼ ਹੈ? ਰਜ਼ਾ ਨੂੰ ਅਗਰ ਸਮਝੀਏ ਨਾ, ਇੱਕ ਲਫ਼ਜ਼ ਵੀ ਸਮਝ ਸਕਦੇ ਹਾਂ, ਕੋਈ ਮੁਸ਼ਕਲ ਗੱਲ ਨਹੀਂ। ਰਜ਼ਾ ਦਾ ਮਤਲਬ ਹੈ ਕਿ ਮਨ ਦੀ ਨਹੀਂ ਮੰਨਣੀ, ਇਹ ਰਜ਼ਾ ਹੈ। ਮਨ ਦੀ ਮੰਨਣੀ ਫਿਰ ਰੱਬ ਦੀ ਰਜ਼ਾ ਨਹੀਂ, ਫਿਰ ਮੇਰੀ ਆਪਣੀ ਰਜ਼ਾ। जो मेरा मन कहता मैं वही करना है, जो मेरे मन की सोच है मैं वो मुताबिक ही करना है, ये फिर मेरी रजा हुई, रब की रजा नहीं हुई। है रजा, रजा का मतलब कि अपने मन की गल नूं त्यागना ते रब की गल नूं प्रवान करना। रब की गल की है? रब की गल है गुरबाणी, गुरबाणी की सोच नूं ग्रहण करना, ये रजा है। रजा दे विच असीं दो गल्लां नूं फॉलो कर लईए ते बेड़े पार हो जाणगे साडे।
ਇੱਕ ਤੇ ਮਨ ਦਾ ਬੈਲੈਂਸ ਨਹੀਂ ਵਿਗੜਨ ਦੇਣਾ ਚਾਹੀਦਾ। ਮਨ ਡੋਲਦਾ ਹੈ, ਮਨ ਘਬਰਾਉਂਦਾ ਹੈ, ਉਸ ਘਬਰਾਹਟ ਦੇ ਵਿੱਚ ਕਈ ਤਰ੍ਹਾਂ ਦੇ ਅਪਰਾਧ ਕਰ ਦਿੰਦਾ। ਘਬਰਾਇਆ ਹੋਇਆ ਮਨ ਗਾਲੀ ਗਲੋਚ ਤੇ ਉਤਰ ਸਕਦਾ ਹੈ, ਘਬਰਾਇਆ ਹੋਇਆ ਮਨ ਗਾਲਾਂ ਤਾਂ ਕੱਢ ਸਕਦਾ ਹੈ, ਗੁੱਸੇ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਕਿਉਂਕਿ ਇਹ ਸਾਰੀ ਆਪਣੀ ਮੱਤ ਹੈ। ਮਨ ਦਾ ਬੈਲੈਂਸ ਨਾ ਵਿਗੜੇ, ਇੱਕ ਤੇ ਇਹਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮਨ ਦਾ ਬੈਲੈਂਸ ਕਿਹੜੀਆਂ ਘਟਨਾਵਾਂ ਦੇ ਨਾਲ, ਕਿਹੜੇ ਕਾਰਨ ਨੇ ਜਿੱਥੇ ਜਾ ਕੇ ਸਾਡਾ ਮਨ ਜਿਹੜਾ ਹੈ ਉਹ ਬੈਲੈਂਸ ਵਿੱਚ ਨਹੀਂ ਰਹਿੰਦਾ ਤੇ ਜੀਵਨ ਦੇ ਵਿੱਚ ਦੁੱਖ ਵਾਪਰਦਾ ਹੈ, ਮੁਸੀਬਤਾਂ ਵਾਪਰਦੀਆਂ ਨੇ। ਜੀਵਨ ਦੇ ਵਿੱਚ ਇਹ ਦੋ ਕੰਮ, ਮਨ ਦਾ ਬੈਲੈਂਸ ਨਾ ਵਿਗੜੇ, ਦੂਸਰਾ ਮਨ ਦੀ ਨਾ ਸੁਣੀ ਜਾਏ, ਗੁਰੂ ਦੀ ਸੁਣੀ ਜਾਏ। ਅਗਰ ਬੰਦਾ ਇਹ ਰਜ਼ਾ 'ਚ ਨਹੀਂ ਆਏਗਾ ਤੇ ਫਿਰ ਕੀ ਹੋਏਗਾ? ਲੋਕੀ ਕਹਿਣਗੇ ਦੇਖੋ ਜੀ ਬੜਾ ਪਾਠ ਕਰਦਾ ਸੀ, ਇਹਨੂੰ ਵੀ ਮੁਸੀਬਤ 'ਚੋਂ ਲੰਘਣਾ। ਦੇਖੋ ਜੀ ਬੜਾ ਸਿਮਰਨ ਕਰਦਾ ਸੀ, ਗੁਰੂ ਕਰਦਾ ਸੀ, ਅੱਜ ਦੇਖੋ ਆਪ ਹੀ ਤਕਲੀਫ 'ਚ ਚਲਾ ਗਿਆ। ਲੋਕੀ ਫਿਰ ਏਦਾਂ ਕਹਿਣ ਲੱਗ ਪਏ। ਜਦੋਂ ਬੰਦਾ ਰਜ਼ਾ 'ਚ ਵੀ ਰਵੇ, ਰਜ਼ਾ ਦਾ ਮਤਲਬ ਫਿਰ ਸਮਝ ਲਈਏ, ਰਜ਼ਾ ਦਾ ਮਤਲਬ ਮਨ ਦਾ ਬੈਲੈਂਸ ਵੀ ਨਾ ਵਿਗੜਨ ਦੇਵੇ, ਮਨ ਨੂੰ ਬੈਲੈਂਸ ਵਿੱਚ ਰੱਖੇ। ਅਪ ਡਾਊਨ ਮਨ ਦੀ ਦੁਨੀਆ 'ਚ ਨਹੀਂ ਹੋਣਾ ਚਾਹੀਦਾ, ਮਨ ਦੀ ਦੁਨੀਆ 'ਚ ਇਕੁਅਲੀ ਰਹੇ। ਜਦੋਂ ਮਨ ਅਪ ਡਾਊਨ ਹੁੰਦਾ ਹੈ ਤਾਂ ਪ੍ਰੋਬਲਮ ਤੇ ਖੜੀ ਹੁੰਦੀ ਹੈ। ਤਾਂ ਗੁਰੂ ਮਿਹਰ ਕਰੇ, ਇੱਕ ਤੇ ਮਨ ਦੀ ਛੱਡ ਦੇਈਏ, ਮਨ ਮਾਨੀ ਨਾ ਕਰੀਏ। ਜਿਵੇਂ ਮਨਮਾਨੀ ਕਰਦੇ ਨੇ ਬੱਚੇ, ਮਨਮਾਨੀ ਕਰਦੇ ਨੇ ਬੁੱਢੇ ਵੀ, ਮਨਮਾਨੀ ਕਰਦੇ ਨੇ। ਜਦੋਂ ਮਨਮਾਨੀ ਕਰੇਗਾ ਕੋਈ ਵੀ, ਜਵਾਨ ਵੀ ਕਈ ਮਨਮਾਨੀ ਕਰਦੇ ਨੇ, ਤੇ ਜ਼ਿਆਦਾਤਰ ਤੇ ਬੱਚੇ ਹੋਣ ਚਾਹੇ ਬੁੱਢੇ ਹੋਣ ਚਾਹੇ ਜਵਾਨ ਹੋਣ, ਮਨਮਾਨੀ ਜ਼ਰੂਰ ਕਰਨਗੇ। ਆਪਣੀ ਜਿੱਦ, ਇਹ ਆਪਣੀ ਜਿੱਦ, ਇਹ ਹੰਕਾਰ ਹੈ, ਇਹ ਰਜ਼ਾ ਨਹੀਂ ਹੈ। ਰਜ਼ਾ ਦਾ ਮਤਲਬ ਹੈ ਆਪਣੀ ਗੱਲ ਨੂੰ ਛੱਡਿਆ ਜਾਏ, ਗੁਰਬਾਣੀ ਦੀ ਗੱਲ ਨੂੰ ਮੰਨਿਆ ਜਾਏ, ਗੁਰਬਾਣੀ ਦੀ ਗੱਲ ਨੂੰ ਇਤਨਾ ਪੜ੍ਹਿਆ ਜਾਏ ਕਿ ਸਾਨੂੰ ਪਤਾ ਚੱਲ ਜਾਏ ਕਿ ਇਸ ਗੱਲ ਨੂੰ ਮੰਨਣਾ ਕਿਵੇਂ। ਤੇ ਜਦੋਂ ਬੰਦਾ ਗੁਰਬਾਣੀ ਦੀ ਗੱਲ ਨੂੰ ਹੀ ਮੰਨੇਗਾ, ਆਪਣੀ ਛੱਡ ਦੇਗਾ, ਤਾਂ ਰਜ਼ਾ ਦਾ ਪਾਠ ਪੂਰਾ ਹੋ ਜਾਏਗਾ। ਮਨ ਦਾ ਬੈਲੈਂਸ ਨਹੀਂ ਵਿਗੜਨ ਦੇਗਾ। ਸ੍ਰਿਸ਼ਟੀ ਦੇ ਵਿੱਚ ਕੁਝ ਵੀ ਹੋ ਜਾਏ, ਆਪਣੇ ਮਨ ਨੂੰ ਸੈੱਟ ਰੱਖੇਗਾ, ਉਹ ਰੱਬ ਦੀ ਪ੍ਰਾਪਤੀ ਕਰ ਜਾਏਗਾ। ਇਹ ਪੂਰੀ ਵਿਚਾਰਧਾਰਾ ਇਹ 27 ਨੰਬਰ ਪੌੜੀ ਹੈ। ਲਾਸਟ ਵਿੱਚ ਇਹ ਕਹਾਂਗੇ, ਪਰਮੇਸ਼ਰ ਦੇ ਗੁਣ ਗਾਣੇ ਨੇ ਤੇ ਗੁਣ ਗਾਣੇ ਤੋਤਾ ਰਟਨ ਨਹੀਂ ਬਣਨਾ ਚਾਹੀਦਾ। ਤੋਤਾ ਰਟਨ ਕਦੋਂ ਬਣੇਗਾ? ਜਦੋਂ ਅਸੀਂ ਮਨ ਨੂੰ ਵਸ ਨਹੀਂ ਕੀਤਾ, ਮਨ ਸਾਡੇ ਹੱਥ 'ਚ ਨਹੀਂ ਆਇਆ, ਮਨ ਪਤਾ ਹੀ ਨਹੀਂ ਕਿੱਥੇ ਹੈਗਾ। ਇਹ ਵੀ ਮਰਜ਼ ਕਰਾਂ, ਪਹਿਲੇ ਤੇ ਪਤਾ ਵੀ ਨਹੀਂ ਹੁੰਦਾ ਮਨ ਕਿੱਥੇ, ਪਹਿਲੇ ਨਹੀਂ ਪਤਾ ਮਨ ਕਿੱਥੇ। ਮਨ ਦੀ ਡੋਰ ਤੇ ਸਾਡੇ ਹੱਥ 'ਚ ਹੀ ਨਹੀਂ ਹੁੰਦੀ। ਪਹਿਲੇ ਬੜੀ ਲੰਬੀ ਚੌੜੀ ਸਾਧਨਾ ਤੋਂ ਬਾਅਦ ਜਾ ਕੇ ਮਨ ਦੀ ਹਾਲ ਡੋਰ ਦਾ ਪਤਾ ਚੱਲਦਾ ਵੀ ਕਿੱਥੇ ਵੇ। ਤੋ ਮਨ ਨੂੰ ਕਾਬੂ ਕੀਤਾ ਜਾਏ, ਭਾਵ ਕਿ ਮਨ ਉਤਾਂ ਠਾਂ ਨਾ ਹੋ, ਅਪ ਡਾਊਨ ਨਾ ਕਰੇ। ਮਨ ਇਹ ਰਜ਼ਾ ਦਾ ਪਾਠ ਪੂਰਾ ਹੋਵੇਗਾ। ਇਸ ਤਰੀਕੇ ਨਾਲ ਗੁਣ ਗਾਇਆ ਹੋਇਆ ਉਹਦੇ ਘਰ ਦੇ ਵਿੱਚ ਪਹੁੰਚਦਾ, ਥਾਂ ਪੈਂਦਾ, ਰੱਬ ਪ੍ਰਵਾਨ ਕਰਦਾ। ਤੇ ਕਿੱਥੇ ਤੱਕ ਪਹੁੰਚਦੇ ਆਪਾਂ? ਜਿਹੜੇ ਪਹਿਲੇ ਦੋ ਸਵਾਲ ਕੀਤੇ ਗਏ ਸਨ ਨਾ, ਕਿ ਕਿਹੜਾ ਤੇਰਾ ਦਰ, ਕਿਹੜਾ ਤੇਰਾ ਘਰ, ਜਾਂ ਕਿਹੋ ਜਿਹਾ ਤੇਰਾ ਦਰ, ਕਿਹੋ ਜਿਹਾ ਤੇਰਾ ਘਰ। ਐਸਾ ਰਜ਼ਾ ਦੇ ਵਿੱਚ ਰਹਿਣ ਵਾਲਾ ਪੁਰਸ਼ ਸਿੱਧਾ ਪਰਮਾਤਮਾ ਦੇ ਘਰ 'ਚ ਜਾਂਦਾ, ਉਹਨੂੰ ਘਰ ਮਿਲ ਜਾਂਦਾ ਜੀ। ਪਰ ਇਹ ਕੰਮ ਜੀਂਦਿਆਂ ਜੀ ਹੁੰਦਾ, ਮਰ ਕੇ ਕੋਈ ਵੀ ਰੱਬ ਕੋਲ ਨਹੀਂ ਜਾਂਦਾ। ਜਿਵੇਂ ਆਮ ਤੌਰ ਤੇ ਕੋਈ ਮਰ ਜੇ, ਅਸੀਂ ਕਹਿੰਦੇ ਜੀ ਰੱਬ ਲੈ ਗਿਆ,
ਰੱਬ ਨੇ ਉਹਦਾ ਆਚਾਰ ਬਣਿਆ, ਰੱਬ ਲੈ ਗਿਆ। ਰੱਬ ਨੇ ਕੀ ਕਰਨਾ ਸੀ ਉਹਨੂੰ? ਕਿਤੇ ਘੁੰਮ ਰਿਹਾ ਹੋਣਾ, ਆਵਾਗਮਨ ਚ ਧੱਕੇ ਖਾ ਰਿਹਾ ਹੋਣਾ। ਰੱਬ ਨੇ ਕੀ ਕਰਨਾ? ਰੱਬ ਨਹੀਂ ਲੈਂਦਾ। ਬਸ ਜੀਵ ਆਤਮਾ ਆਵਾਗਮਨ ਦੇ ਲੰਬੇ ਗੇੜ ਚ ਪਈ ਰਹਿੰਦੀ, ਉੱਥੋਂ ਹੀ ਨਿਕਲ ਕੇ ਆਈ ਹੈ, ਫਿਰ ਉੱਥੇ ਹੀ ਚਲੀ ਜਾਂਦੀ। ਰੱਬ ਦਾ ਘਰ ਜੀਂਦੇ ਹੀ ਪਤਾ ਚੱਲਦਾ ਹੈ, ਰੱਬ ਦਾ ਦਰਵਾਜ਼ਾ ਜੀਂਦੇ ਹੀ ਪਤਾ ਚੱਲਦਾ ਹੈ। ਖਾਲੀ ਪਤਾ ਹੀ ਨਹੀਂ ਚੱਲਦਾ, ਉਹਦਾ ਪ੍ਰਵੇਸ਼ ਵੀ ਜੀਂਦੇ। ਮੈਂ ਇਹ ਨਹੀਂ ਕਹਿ ਰਿਹਾ ਕਿ ਮੇਰਾ ਪ੍ਰਵੇਸ਼ ਰੱਬ ਦੇ ਘਰ ਚ ਹੋ ਗਿਆ, ਮੈਂ ਕਹਿ ਨਹੀਂ ਰਿਹਾ, ਕਿਉਂਕਿ ਹੋਇਆ ਹੀ ਕਿਵੇਂ ਕਹਾਂ? ਉਹਦਾ ਦਰਵਾਜ਼ਾ ਮੈਨੂੰ ਦੇਖ ਕੇ ਮੈਂ ਵੀ ਨਹੀਂ ਕਹਿੰਦਾ। ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਮੈਨੂੰ ਇਹ ਸਮਝ ਆ ਗਈ, ਇਹ ਸਮਝ ਮੈਨੂੰ ਗੁਰੂ ਨੇ ਦੇ ਦਿੱਤੀ ਹੈ ਕਿ ਉਹਦਾ ਇਹ ਦਰਵਾਜ਼ਾ ਵੀ ਤੇ ਇਹ ਉਹਦਾ ਘਰ ਹੈ, ਇਹ ਸੂਝ ਦੇ ਦਿੱਤੀ ਹੈ। ਹੁਣ ਇਹਦੇ ਚ ਪ੍ਰਵੇਸ਼ ਕਿੱਦਾਂ ਕਰਨਾ ਹੈ, ਇਹ ਵੀ ਸੂਝ ਦੇ ਦਿੱਤੀ ਹੈ। ਤੇ ਉਸ ਯਤਨ ਦੇ ਵਿੱਚ ਜੁਟ ਗਏ ਹਾਂ। ਤੇ ਆਪਾਂ ਸਾਰਿਆਂ ਨੂੰ ਕਹਿੰਦੇ ਵੀ ਆਓ ਉਸ ਯਤਨ ਚ ਅਸੀਂ ਵੀ ਜੁੜ ਜਾਈਏ ਨਾਲ। ਜਿਹੜੇ ਤੁਰ ਪੈਣ, ਅੱਛਾ ਹੀ ਨਾ, ਰੱਬ ਦੇ ਘਰ ਜਾਣਾ ਬਈ, ਤੇ ਜੀਂਦਿਆਂ ਜੀ ਹੋਣਾ, ਫਿਰ ਇਕੱਲਿਆਂ ਕੀ ਜਾਣਾ? ਜਿਹੜੇ ਨਾਲ ਤੁਰਦੇ ਨੇ ਤੁਰਨ, ਤੇ ਇਸ ਅਵਸਥਾ ਨੂੰ ਉਹ ਪ੍ਰਾਪਤ ਕਰ ਸਕਦੇ ਨੇ। ਗੁਰੂ ਗਰੀਬ ਨਵਾਜ ਆਪ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਇਹ ਦਾਤ ਸਾਡੀ ਝੋਲੀ ਚ ਪਾਉਣਗੇ। ਸਾਡੀ ਜਿਹੜੀ ਡਿਊਟੀ ਹੈ, ਸਾਡਾ ਜੋ ਫਰਜ਼ ਹੈ, ਉਹ ਇਸ ਪੌੜੀ ਚ ਸਾਨੂੰ ਦੱਸਿਆ ਗਿਆ ਕਿ ਮਨ ਨੂੰ ਰਜ਼ਾ ਚ ਲਿਆਓ। ਤੇ ਰਜ਼ਾ ਦੇ ਵਿੱਚ ਦੋ ਗੱਲਾਂ ਆ ਰਹੀਆਂ ਨੇ ਸਾਹਮਣੇ ਕਿ ਮਨ ਦਾ ਬੈਲੈਂਸ ਕਦੀ ਨਾ ਵਿਗੜਦੀ। ਘਰ ਦੇ ਵਿੱਚ ਕੁਝ ਹੋ ਜਾਂਦਾ, ਦੇਖੋ ਮਨ ਦਾ ਬੈਲੈਂਸ ਵਿਗੜ ਜਾਂਦਾ। ਕਈ ਵਾਰੀ ਅਸੀਂ ਡਰਾਈਵ ਕਰ ਰਹੇ ਹੁੰਦੇ ਹਾਂ ਨਾ, ਤੇ ਕੋਈ ਉਲਟੀ ਸਿੱਧੀ ਗੱਡੀ ਚਲਾ ਰਿਹਾ, ਸਾਡਾ ਮਨ ਬੈਲੈਂਸ ਹੀ ਵਿਗੜ ਜਾਂਦਾ। ਸਾਡਾ ਗੱਡੀ ਉਹ ਟੇਢੀ ਮੇਢੀ ਚਲਾ ਰਹੇ, ਬੈਲੈਂਸ ਸਾਡਾ ਵਿਗੜ ਜਾਂਦਾ। ਰਸਤੇ ਵਿੱਚ ਵੈਸੇ ਕੋਈ ਆ ਜਾਏ ਤਾਂ ਸਾਡਾ ਬੈਲੈਂਸ ਵਿਗੜ ਜਾਂਦਾ। ਕੁਝ ਛੋਟੀਆਂ ਘਟਨਾਵਾਂ ਦੇ ਉੱਤੇ ਸਾਡਾ ਬੈਲੈਂਸ ਵਿਗੜਦਾ ਹੈ। ਸਾਡੇ ਮਨ ਨੂੰ ਕੁਝ ਹੁੰਦਾ, ਕੁਛ ਨਹੀਂ ਹੋਣਾ ਚਾਹੀਦਾ। ਭਾਵੇਂ ਗੱਡੀ ਲੰਘ ਜੇ ਉੱਪਰੋਂ, ਮਨ ਇੰਨਾ ਮਜ਼ਬੂਤ ਕਰਨ ਦੀ ਲੋੜ ਹੈ। ਇਹ ਰਜ਼ਾ ਦਾ ਮਹਾਨ ਪਾਠ ਹੈ, ਜਿਸ ਨੂੰ ਅਦਾ ਕਰਕੇ ਅਸੀਂ ਬਹੁਤ ਉੱਚੀ ਅਵਸਥਾ ਪ੍ਰਾਪਤ ਕਰ ਸਕਦੇ ਹਾਂ। ਦੂਸਰੀ ਗੱਲ, ਅਸੀਂ ਮਨ ਦੀ ਗੱਲ ਕੀ ਹੈ ਇਹਨੂੰ ਛੱਡਣਾ। ਪਹਿਲੀ ਦੀ ਪਹਿਚਾਣ ਹੋਈ ਵੀ ਇਹ ਮਨ ਦੀ ਗੱਲ ਹੈ, ਇਹ ਗੁਰਬਾਣੀ ਦੀ ਗੱਲ ਨਹੀਂ ਹੈ, ਇਹਨੂੰ ਛੱਡਣਾ। ਤੇ ਗੁਰਬਾਣੀ ਦੀ ਗੱਲ ਕੀ ਹੈ, ਇਹ ਤਾਂ ਸਾਨੂੰ ਪਤਾ ਚੱਲੇ। ਇਹ ਸਾਨੂੰ ਪਤਾ ਚੱਲੇਗਾ ਸਤਸੰਗ 'ਚ। ਸਤਸੰਗ ਬਾਰ-ਬਾਰ ਕਰਦੇ ਸਾਨੂੰ ਗਿਆਨ ਹੋ ਜਾਏਗਾ। ਵੈਸੇ ਤੇ ਪੂਰੇ ਜਪਜੀ ਸਾਹਿਬ 'ਚ ਪੂਰੀ ਗੱਲ ਦੱਸ ਦਿੱਤੀ ਹੈ, ਕਿਉਂਕਿ ਜਪਜੀ ਸਾਹਿਬ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਦਰਸ਼ਨ ਹੈ, ਜਿਹਦੇ 'ਚ ਪੂਰਾ ਪਤਾ ਚੱਲ ਜਾਂਦਾ ਹੈ। ਅੱਜ ਦੀ ਪੌੜੀ ਦੀ ਵਿਚਾਰ ਇੱਥੇ ਸਮਾਪਤ। ਭੁੱਲਾਂ ਗਲਤੀਆਂ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।